वाहिगुरु साहिब जी धन वाहिगुरु जी। जुद जिते इन्हीं के प्रसाद, इन्हीं के प्रसाद सो दान करे। अग ओग टरे इन्हीं के प्रसाद, इन्हीं की कृपा सुन थाम परे। इन्हीं के प्रसाद सो विद्यालय, इन्हीं की कृपा सब शत्र मरे। इन्हीं की कृपा से सजे हम हैं, नहीं मोह से गरीब करोड़ परे। इन्हीं की कृपा से सजे हम हैं, नहीं मोह से गरीब करोड़ परे। परम सन्मानयोग सतगुरु धन धन श्री गुरु ग्रंथ साहिब सच्चे पातशाह जी महाराज, तिन्हां दी पावन पवित्र हजूरी अंदर सुभाईमान गुरु प्यारी साध संगत जी, पातशाह दी रब्बी रहमत दे महान पात्र हो। पावन दीवाना दियां हाजरियां भरदियां होयां भावना सहित गुरु जस सरवण कीता है। भली प्रकार सारे जाणू हो, सतगुरु दी मेहर सदका नौजवान वीर प्रबंधकों के सहयोग और आप संगत दी असीस नाल साहिबजादियां दी गुरसिख सिंघां दी लासानी कुर्बानी दे दिनां नूं बड़ी भावना नाल मनाउंदे आ। आओ अज दे इस पावन पहले दीवान विचों गुरु बाबे दे चरनां दी धूड़ मस्तक ते लाउण दा यतन करिए। सारी संगत प्यार विच भिज के असीस दी दात बख्शिश करो, दोनों हाथ जोड़ लवाओ हाजरी। गुरु बख्शी फतेह प्रवान करो, आखो जी वाहिगुरु जी का खालसा वाहिगुरु जी की फतेह। एक विद्वान दा बड़ा प्यारा बोल है, कदे बनदा इतिहास नहीं इस गल्लों, असी राजियां दे किन्ने पूर जमे। आउण वालियां नस्लां ने पुछना है
ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ ਜਿਹੜੀਆਂ ਕੌਮਾਂ ਨੂੰ ਮਰਨ ਦਾ ਝੱਲ ਪੈ ਜਾਏ। ਮੁੱਲ ਪੈਂਦਾ ਏ ਸਦਾ ਸ਼ਹੀਦੀਆਂ ਦਾ, ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ। ਇਹ ਉਹਨਾਂ ਮਹਾਨ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਆ, ਜਿਸ ਖੂਨ ਨੂੰ ਸਮੁੱਚਾ ਸੰਸਾਰ ਅੱਜ ਵੀ ਬੜੀ ਭਾਵਨਾ ਦੇ ਨਾਲ ਸੀਸ ਨਿਵਾਉਂਦਾ ਹੈ। ਯਾਦ ਰਹੇ, ਸਾਡਾ ਸਰੀਰ ਤੰਦਰੁਸਤ ਤਾਂ ਆ, ਜਿਉਂਦਾ ਤਾਂ ਆ, ਜੇ ਇਹਦੇ ਵਿੱਚ ਖੂਨ ਦੀ ਜਿਹੜੀ ਗਰਦਸ਼ ਆ ਉਹ ਇੱਕਸਾਰ ਚੱਲਦੀ ਆ। ਖੂਨ ਦਾ ਘਟ ਜਾਣਾ, ਖੂਨ ਦਾ ਮੁੱਕ ਜਾਣਾ, ਸਰੀਰ ਦੀ ਮੌਤ ਹੋ ਜਾਂਦੀ ਹੈ। ਯਾਦ ਰੱਖੋ, ਜਿਨ੍ਹਾਂ ਕੌਮਾਂ ਦੀਆਂ ਜੜ੍ਹਾਂ ਵਿੱਚ ਸ਼ਹੀਦਾਂ ਦਾ ਖੂਨ ਨਹੀਂ ਹੁੰਦਾ, ਉਹ ਕੌਮਾਂ ਵੀ ਵਕਤ ਦਰ ਵਕਤ ਇਸ ਦੁਨੀਆ ਤੋਂ ਮਿਟ ਜਾਂਦੀਆਂ ਆ। ਇਸ ਧਰਤੀ ਦੇ ਉੱਤੇ ਸ਼ਾਇਦ ਇਹਨਾਂ ਦਰਿਆਵਾਂ ਦੇ ਵਿੱਚ ਪਾਣੀ ਨਹੀਂ ਹੋਣਾ ਜਿੰਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜਾਇਆਂ ਨੇ ਆਪਣਾ ਇਸ ਕੌਮ ਲਈ, ਇਸ ਦੁਨੀਆ ਲਈ, ਇਸ ਦੇਸ਼ ਲਈ ਖੂਨ ਡੋਲਿਆ ਆ। ਕਿਉਂਕਿ ਸੱਚ ਤੇ ਚੱਲਣ ਵਾਲੇ, ਯਾਦ ਰੱਖੋ ਹਮੇਸ਼ਾ, ਸੱਚ ਤੇ ਚੱਲਣ ਵਾਲਿਆਂ ਦੀ ਕਦੇ ਭੀੜ ਨਹੀਂ ਹੁੰਦੀ। ਪਾਤਸ਼ਾਹ ਦੀ ਬਾਣੀ ਦਾ ਇੱਕ ਬਚਨ ਆ, ਕਬੀਰ ਜਿਹੇ ਮਾਰਗ ਪੰਡਤ ਗਏ, ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇਹੇ ਚੜ ਰਹਿਓ ਕਬੀਰ। ਮਹਾਰਾਜ ਕਹਿੰਦੇ ਨੇ ਜਿਹੜੇ ਰਾਹ ਭੀੜ ਵਾਲੇ ਆ ਉਹ ਸੰਸਾਰ ਦੇ ਆ। ਜਿੱਥੇ ਵਿਰਲਾ ਕੋਈ ਟਾਵਾਂ ਟਾਵਾਂ ਤੁਰਦਾ ਹੈ ਉਹ ਨਿਰੰਕਾਰ ਦਾ ਰਾਹ ਆ। ਕਿਉਂਕਿ ਸੰਸਾਰ ਦੇ ਵਿੱਚ ਰਹਿੰਦੇ ਆ ਵੇਖਿਆ ਬਹੁਤ ਕੁਝ ਜਾਂਦਾ ਹੈ। ਮੈਂ ਸੌਖੀ ਗੱਲ ਕਵਾਂ, ਜਿਹੜੇ ਮੌਜੂਦਾ ਦੌਰ 'ਚੋਂ ਆਪਾਂ ਲੰਘ ਰਹੇ ਹਾਂ, ਕੌਣ ਨਹੀਂ ਜਾਣਦਾ ਕਿ ਵਕਤ ਦੀ ਗਵਰਨਮੈਂਟ, ਵਕਤ ਦੇ ਲੋਕਾਂ ਦਾ ਸਾਡੇ ਪ੍ਰਤੀ ਕੀ ਰਵੱਈਆ ਆ, ਸਮਾਜ ਪ੍ਰਤੀ ਕੀ ਰਵੱਈਆ ਆ। ਵੇਖੋ, ਵੇਖਣਾ, ਸੋਚਣਾ, ਸਮਝਣਾ ਹੋਰ ਗੱਲ ਆ, ਪਰ ਉਹਦੇ ਵਿਰੋਧ ਵਿੱਚ ਡਟ ਕੇ ਖੜੋਣਾ ਇਹ ਕਿਸੇ ਵਿਰਲਿਆਂ ਦੇ ਹਿੱਸੇ ਆਉਂਦਾ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਨੇ ਬੜੀ ਵੱਡੀ ਦੁਨੀਆ ਨੂੰ ਇਹ ਗੱਲ ਆਖੀ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਵੇਲੇ ਦਾ ਸੱਚ ਵੇਲੇ ਤੇ ਕਹਿਣਾ, ਮਹਾਰਾਜ ਕਹਿੰਦੇ ਇਹ ਵੀ ਇੱਕ ਸ਼ਹਾਦਤ ਆ। ਵੇਖੋ, ਸ਼ਹੀਦ ਮਰ ਜਾਣ ਨੂੰ ਨਹੀਂ ਕਹਿੰਦੇ, ਮਰਿਆ ਹੋਇਆ ਨੂੰ ਕੋਈ ਸ਼ਹੀਦ ਨਹੀਂ ਕਹਿੰਦਾ। ਸ਼ਹੀਦ ਕਦੇ ਨਹੀਂ ਮਰਦੇ, ਯਾਦ ਰੱਖੋ, ਸ਼ਹੀਦ ਸਦਾ ਜਿਉਂਦੇ ਆ। ਸਾਹਿਬਜ਼ਾਦਿਆਂ ਤੋਂ ਲੈ ਕੇ ਅੱਜ ਤੱਕ ਕਿੰਨੇ ਦੁਨੀਆ ਤੇ ਆਏ, ਕਿੰਨੇ ਚਲੇ ਗਏ, ਸੱਚ ਦੱਸਿਓ ਕੌਣ ਕੌਣ ਚੇਤੇ ਕਰਦਾ ਉਹਨਾਂ ਨੂੰ। ਪਰ ਸ਼ਹੀਦਾਂ ਨੂੰ ਅੱਜ ਕਿਹੜਾ ਸਥਾਨ ਆ ਜਿੱਥੇ ਉਹਨਾਂ ਸ਼ਹੀਦਾਂ ਦੇ ਨਾਂ ਦੇ ਨਾਅਰੇ ਨਹੀਂ ਗੂੰਜਦੇ। ਉਹਨਾਂ ਸ਼ਹੀਦਾਂ ਦੀ ਗਰਦਸ਼ ਅਜਿਹੀ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਰਾਹ ਕਿਹਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਿਆਰਿਓ 2 ਵਾਰੀ ਸ਼ਹੀਦ ਲਫ਼ਜ਼ ਆਇਆ। ਪਹਿਲੀ ਵਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਲਿਖਦੇ ਆ, ਪੀਰ ਪੈਗੰਬਰ ਸਾਲਕ ਸਾਦਕ ਸੁਖਦੇ ਔਰ ਸ਼ਹੀਦ। ਦੂਜੀ ਵਾਰੀ ਇਸ ਬਚਨ ਨੂੰ ਦੀਨ ਦੁਨੀਆ ਦੇ ਮਾਲਕ ਭਗਤ ਰਵਿਦਾਸ ਮਹਾਰਾਜ ਬਿਆਨ ਕਰਦੇ ਆ, ਜਾ ਕੇ ਈਦ ਬਕਰੀਦ ਕੁਲ ਗਊਰੇ ਬੱਧ ਕਰੈ, ਮਾਨੀਏ ਸ਼ੇਖ ਸ਼ਹੀਦ ਪੀਰਾ। ਦੋਵੇਂ ਵਾਰੀ ਇਹ ਇਸਲਾਮੀ ਬੋਲੀ ਵਿੱਚ ਸ਼ਬਦ ਆਏ ਜਿਹਦਾ ਅੱਖਰੀ ਅਰਥ ਆ ਗਵਾਹੀ ਦੇਣਾ, ਸੱਚ ਦੀ ਖਾਤਰ ਗਵਾਹੀ ਦੇਣਾ। ਤੁਹਾਡੇ ਵਿੱਚ ਕੋਈ ਸੱਜਣ ਪੁਲਿਸ ਨਾਲ ਰਿਲੇਟਡ ਬੈਠਾ ਹੋਵੇ, ਅੱਜ ਵੀ ਜਦੋਂ ਪੁਲਿਸ ਵਾਲੇ ਵੀਰ ਗਵਾਹੀ ਤੇ ਜਾਂਦੇ ਆ ਨਾ, ਦਫ਼ਤਰੀ ਲੈਂਗੁਏਜ ਦੇ ਵਿੱਚ, ਦਫ਼ਤਰੀ ਭਾਸ਼ਾ ਵਿੱਚ ਉਹ ਸ਼ਬਦ ਗਵਾਹੀ ਨਹੀਂ ਲਿਖਦੇ, ਨਾ ਬੋਲ ਬਾਣੀ 'ਚ ਗਵਾਹੀ ਵਰਤਦੇ ਆ।
ਕਿਸੇ ਨੂੰ ਪੁੱਛੋ ਵੀ ਕਿੱਥੇ ਚੱਲੇ ਹੋ ਤਾਂ ਕਹਿੰਦੇ ਆ ਸ਼ਹਾਦਤ ਤੇ ਚੱਲੇ ਆ, ਗਵਾਹੀ ਦੇਣੀ। ਔਰ ਉਸ ਸੱਚ ਦੀ ਗਵਾਹੀ ਦੇਣੀ ਜਿਸ ਸੱਚ ਦੀ ਖਾਤਰ ਆਪਣੀ ਜ਼ਿੰਦਗੀ ਵੀ ਕਿਉਂ ਨਾ ਦਾਅ ਤੇ ਲਾਉਣੀ ਪੈ ਜਾਏ। ਗੁਰੂ ਨਾਨਕ ਸਾਹਿਬ ਦੇ ਘਰ ਨੇ ਸੱਚ ਦਾ ਬੀਜ ਬੀਜਿਆ ਔਰ ਇਸ ਸੱਚ ਨੂੰ ਪ੍ਰਚੰਡ ਕਰਨ ਲਈ 4 ਪਾਤਸ਼ਾਹੀਆਂ ਅਪੀਲ ਦਿੰਦੀਆਂ। ਜਦੋਂ ਅਪੀਲ ਨਾਲ ਗੱਲ ਤੁਰਦੀ ਬਣੀ, ਰੁਕਾਵਟਾਂ ਆਈਆਂ ਤੇ ਸਤਿਗੁਰੂ ਨੇ ਇਸੇ ਸੱਚ ਦੀ ਖਾਤਰ ਦਲੀਲ ਦਿੱਤੀ ਜਿੱਦਣ ਮਹਾਰਾਜ ਤੱਤੀ ਤਵੀ ਤੇ ਬਹਿੰਦੇ ਆ। ਇਹ ਹਮੇਸ਼ਾ ਯਾਦ ਰੱਖਿਓ, ਕਿਸੇ ਕੌਮ ਨੂੰ ਜਦੋਂ ਕੋਈ ਮੰਜ਼ਿਲ ਵਾਲੇ ਪਾਸੇ ਤੋਰਦਾ ਹੈ ਨਾ, ਕੌਮ ਨੂੰ ਚਲਾਉਣ ਵਾਲਾ ਆਗੂ ਹਰ ਕੌਮ ਨੂੰ ਮੰਜ਼ਿਲ ਤੇ ਜੋੜਨ ਲਈ 3 ਚੀਜ਼ਾਂ ਬੜੀ ਜ਼ਰੂਰੀ ਚਾਹੀਦੀਆਂ। ਪਹਿਲੀ ਨੂੰ ਕਿਹਾ ਜਾਂਦਾ ਅਹਿਲੇ ਕਲਾਮ, ਦੂਜੀ ਨੂੰ ਕਿਹਾ ਜਾਂਦਾ ਅਹਿਲੇ ਮੁਕਾਮ, ਤੀਜੇ ਨੂੰ ਕਿਹਾ ਜਾਂਦਾ ਅਹਿਲੇ ਨਿਜ਼ਾਮ। ਉਰਦੂ ਦੇ ਲਫ਼ਜ਼ ਆ। ਕਿਸੇ ਕੌਮ ਨੇ ਮੰਜ਼ਿਲ ਤੇ ਜਾਣਾ ਹੈ, ਉਹਦੇ ਕੋਲ ਲਿਖਤੀ ਸਿਧਾਂਤ ਜ਼ਰੂਰ ਹੋਵੇ। ਤੁਸੀਂ ਕਈ ਵਾਰੀ ਵੇਖਿਆ ਸੰਸਾਰ 'ਚ ਰਹਿੰਦੇ ਆ, ਅਸੀਂ ਕਿਸੇ ਨੂੰ ਪੈਸੇ ਦੇਤੇ ਜਾਂ ਕੋਈ ਸਮਾਨ ਦੇਤਾ, ਸਿਆਣੇ ਕਹਿੰਦੇ ਵੀ ਲਿਖ ਲਓ, ਨੋਟ ਕਰ ਲਓ। ਲਿਖਿਆ ਹੋਇਆ ਕਦੇ ਚੇਤੇ ਨਹੀਂ ਭੁੱਲੇਗਾ। ਖਿਮਾ ਕਰਿਓ, ਯਾਦ ਕੀਤਾ ਕਿਤੇ ਨਾ ਕਿਤੇ ਚੇਤਾ ਭੁੱਲਦਾ ਆ। ਕੌਮ ਨੂੰ ਮੰਜ਼ਿਲ ਤੇ ਲਿਜਾਣਾ ਹੈ, ਉਹਦੇ ਲਈ ਸਿਧਾਂਤ ਜ਼ਬਾਨੀ ਨਹੀਂ, ਉਹਦੇ ਲਈ ਰੱਬੀ ਬਾਣੀ ਦਾ ਖਜ਼ਾਨਾ ਮਹਾਰਾਜ ਲਿਖਤੀ ਰੂਪ 'ਚ ਦਿੱਤਾ। ਇਹ ਆ ਅਹਿਲੇ ਕਲਾਮ। ਦੂਸਰਾ ਆ ਅਹਿਲੇ ਮੁਕਾਮ। ਜਿਹੜੀ ਕੌਮ ਨੂੰ ਸੱਚ ਦਾ ਰਾਹ ਦਰਸਾਇਆ, ਉਹਦੇ ਲਈ ਇੱਕ ਮਰਕਜ਼, ਇੱਕ ਕੇਂਦਰ ਬਿੰਦੂ, ਇੱਕ ਟਿਕਾਣਾ ਹੋਵੇ। ਉਹ ਟਿਕਾਣਾ ਜਿਹਨੂੰ ਅਸੀਂ ਅੱਜ ਗੁਰਦੁਆਰਾ ਸਾਹਿਬ ਕਹਿੰਦੇ ਆ, ਜਿਹਨੂੰ ਪਾਤਸ਼ਾਹ ਬਾਣੀ 'ਚ ਕਿਹਾ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਤੀਜਾ ਦਿੱਤਾ ਅਹਿਲੇ ਨਿਜ਼ਾਮ, ਪ੍ਰਬੰਧ ਕਰਨਾ। ਇਹ ਨਹੀਂ ਵੀ ਇੱਥੇ ਪ੍ਰਬੰਧ ਹੋ ਰਿਹਾ ਤੇ ਦੂਜੇ ਗੁਰਦੁਆਰੇ ਹੋ ਰਿਹਾ। ਇੱਥੇ ਵੀ ਅੰਮ੍ਰਿਤ ਵੇਲੇ ਪ੍ਰਕਾਸ਼ ਆ, ਭਾਵੇਂ ਪ੍ਰਦੇਸ਼ 'ਚ ਗੁਰਦੁਆਰਾ ਬਣਿਆ ਉੱਥੇ ਵੀ ਅੰਮ੍ਰਿਤ ਵੇਲੇ ਪ੍ਰਕਾਸ਼ ਆ। ਹਾਂ, ਗੁਰਦੁਆਰਾ ਸਾਹਿਬ ਮੁਹੱਲੇ ਦਾ, ਕਿਤੇ ਦੀਵਾਨ ਛੋਟਾ ਕਿਤੇ ਵੱਡਾ ਲੱਗਦਾ ਹੈ, ਪਰ ਜਿਹੜੀ ਸਤਿਗੁਰੂ ਦੇ ਘਰ ਦੇ ਸਿਧਾਂਤ ਦੀ ਗੱਲ ਆ ਉਹ ਇੱਕੋ ਜਿਹੀ ਆ। ਇੱਦਾਂ ਚੌਰ ਸਾਹਿਬ ਹੋਣਾ, ਇੱਦਾਂ ਪੰਥਕ ਅਰਦਾਸ ਹੋਏਗੀ, ਇੱਦਾਂ ਦੀਵਾਨ ਲੱਗੇਗਾ। ਇਹ ਨਿਜ਼ਾਮ ਆ। ਮਹਾਰਾਜ ਜਦੋਂ ਕੌਮ ਨੂੰ ਬੁਲੰਦੀਆਂ ਤੇ ਲੈ ਕੇ ਗਏ, ਵਕਤ ਦੇ ਬੰਦੇ ਨੂੰ ਇਹ ਗੱਲ ਭਾਈ ਨਾ, ਸਤਿਗੁਰੂ ਨੂੰ ਤੱਤੀ ਤਵੀ ਤੇ ਬਿਠਾਇਆ ਕਿ ਜਿਹੜੇ ਧਰਮ ਦੀ ਤੂੰ ਗੱਲ ਕਰਦਾ, ਅਸੀਂ ਤੈਨੂੰ ਹੀ ਦੁਨੀਆ ਤੋਂ ਮੁਕਾ ਦੇਣਾ। ਮਹਾਰਾਜ ਹੱਸ ਕੇ ਸ਼ਹੀਦੀ ਦਿੰਦਿਆਂ ਇੱਕ ਗੱਲ ਕਹਿ ਕੇ ਗਏ। ਕਿਸੇ ਕਵੀ ਨੇ ਲਫ਼ਜ਼ਾਂ ਦਾ ਜਾਮਾ ਪਹਿਨਾਇਆ। ਹਜ਼ੂਰ ਕਹਿੰਦੇ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਸਰੀਰ ਮਕਾਉਣੇ ਜਾਂਗੀਰ ਕੋਈ ਔਖੇ ਨਹੀਂ। ਸਰੀਰ ਤੇ ਮੁੱਕਣਾ ਹੀ ਆ, ਪਰ ਜਜ਼ਬਾਤ ਨਹੀਂ ਮੁੱਕਦੇ ਹੁੰਦੇ। ਮੇਰੀ ਸਦਾ ਕੋ ਦਬਾਨਾ तो मुमकिन है, मगर बदलते ज़माने की रफ्तार कौन रोकेगा। तुम्हारी आतिश फसीलें बहुत बुलंद सही, मगर हयात की ललकार कौन रोकेगा। मेरी आवाज़ों की परवाज़ रोकने वाले हर गोबिंद की तलवार कौन रोकेगा। महाराज कहते जिहड़ी अपील दलील दे चले आ, याद रखी सच की खातर अपील दिती, शहीदी दिती, पर इस सच नूं प्रचंड करन लई असीं तलवार भी चुकांगे। महाराज जो तेग पकड़ी, कदी अंदाज़ा लाओ जी, सियाणे कहंदे झूठ जिहड़ा ना वो चेते रखना पैंदा है भी की बोलिया सी। सच नूं कदे चेते रखण दी लोड़ नहीं। जिहड़ा सच आ वो लखां दी दुनिया विच खड़ो के भी जुरत ना बोलिया जा सकदा है, झूठ विच कदे जुरत नहीं हुंदी। इहनूं इंज कहो जी, 11 साल की उम्र है गुरु हरगोबिंद साहब की। साडे च बड़े होणगे जिहड़े 11 साल की उम्र दे भी होण, पर अंदाज़ा लाओ
11 ਸਾਲ ਦੇ ਪੁੱਤ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਗੱਦੀ ਬਿਠਾਇਆ। 6ਵੇਂ ਪਾਤਸ਼ਾਹ ਬਣੇ ਮੀਰੀ ਪੀਰੀ ਦੇ ਮਾਲਕ। 11 ਸਾਲ ਦੀ ਉਮਰ 'ਚ ਮਹਾਰਾਜ ਨੇ ਕੌਮ ਦੀ ਕਮਾਨ ਸੰਭਾਲੀ। 4 ਜੰਗਾਂ ਲੜੀਆਂ, 4 ਵਿੱਚ ਮਹਾਰਾਜ ਜਿੱਤ ਪ੍ਰਾਪਤ ਕੀਤੀ। ਵੇਲਾ 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ ਦਾ ਆਇਆ, ਗੱਲ ਚੱਲੀ 9ਵੇਂ ਨਾਨਕ ਦੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ, ਭਾਵੇਂ ਅਸੀਂ ਸਾਰੀ ਦੁਨੀਆ ਨੂੰ ਇਹ ਗੱਲ ਦੱਸ ਨਹੀਂ ਸਕੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹੀਦੀ ਆ, ਯਾਦ ਰੱਖਿਓ, ਮਨੁੱਖੀ ਹੱਕਾਂ ਦੀ ਖਾਤਰ ਦੁਨੀਆ ਵਿੱਚ ਪਹਿਲੀ ਸ਼ਹੀਦੀ ਆ। ਵੇਖੋ, ਆਪਣਿਆਂ ਲਈ ਕੋਈ ਕੁਰਬਾਨ ਹੋ ਜਾਏ, ਬੜੇ ਹੁੰਦੇ ਆਏ ਆ। ਆਪਣਿਆਂ ਦੀ ਖਾਤਰ ਆਵਾਜ਼ ਉਠਾਉਣੀ ਬੜਿਆਂ ਦੇ ਹਿੱਸੇ ਆਇਆ, ਪਰ ਕਿਸੇ ਦੀ ਖਾਤਰ ਉਠਾਉਣੀ। ਮੈਂ ਬਹੁਤੀ ਵਾਰੀ ਇਤਿਹਾਸ ਨੂੰ ਅੱਜ ਦੇ ਬੋਲਾਂ ਨਾਲ ਕੋਟ ਕਰਕੇ ਵੇਖਦਾ ਆ। ਵੇਖੋ, ਪੂਰੇ ਹਿੰਦੁਸਤਾਨ ਦੇ ਵਿੱਚ ਬੜੀਆਂ ਥਾਵਾਂ ਤੇ ਆ ਕਾਨੂੰਨ ਜੇ ਲਾਗੂ ਹੋਏ। ਲੋਕਾਂ ਨੂੰ ਗਵਰਨਮੈਂਟ ਜਿਵੇਂ ਲਤਾੜਿਆ, ਲੋਕੀ ਉਵੇਂ ਹੀ ਲਿਤੜੇ ਗਏ। ਪਰ ਉੱਠੇ ਕੌਣ? ਜਿਨ੍ਹਾਂ ਦੀਆਂ ਰਗਾਂ ਵਿੱਚ ਬਾਬੇ ਨਾਨਕ ਦਾ ਖੂਨ ਹੈ। ਭਾਵੇਂ ਅਸੀਂ ਸੰਸਾਰੀ ਤੌਰ ਤੇ ਜਿਵੇਂ ਮਰਜ਼ੀ ਚੱਲੀਏ, ਪਰ ਯਾਦ ਰੱਖੋ, ਧਰਮ ਸਾਨੂੰ ਹਮੇਸ਼ਾ ਸੁਚੇਤ ਕਰਦਾ ਹੈ। ਉਹ ਅੱਜ ਵਕਤ ਆਇਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਆਗੂ ਬਣੇ। ਔਰੰਗਜ਼ੇਬ ਪੁੱਛਿਆ, ਤੁਹਾਡਾ ਜੰਜੂ ਤਿਲਕ ਨਾਲ ਕਾਹਦਾ ਵਾਸਤਾ? ਮਹਾਰਾਜ ਕਹਿੰਦੇ ਆ, ਗੱਲ ਤਿਲਕ ਜੰਜੂ ਦੀ ਨਹੀਂ ਹੈ, ਗੱਲ ਤੇ ਹੋਰ ਹੈ, ਧੱਕੇ ਦੀ ਹੈ। ਕਹਿਣ ਲੱਗਾ, ਮਹਾਰਾਜ ਤੁਹਾਨੂੰ ਇਸ ਧੱਕੇ ਨਾਲ ਕੀ ਲੱਗੇ? ਪਾਤਸ਼ਾਹ ਕਹਿੰਦੇ, ਔਰੰਗਜ਼ੇਬ, ਜੇ ਹਿੰਦੂਆਂ ਦੀ ਥਾਂ ਮੁਸਲਮਾਨਾਂ ਤੇ ਧੱਕਾ ਹੁੰਦਾ, ਮੁਸਲਮਾਨ ਮੇਰੇ ਕੋਲ ਚੱਲ ਕੇ ਆਉਂਦੇ, ਮੈਂ ਮੁਸਲਮਾਨਾਂ ਨਾਲ ਵੀ ਇਦਾਂ ਹੀ ਖੜੋਣਾ ਸੀ। ਔਰੰਗਜ਼ੇਬ ਕਹਿੰਦਾ, ਜਿਹੜਾ ਆਗੂ ਬਣ ਕੇ ਆਇਆ, ਜੇ ਇਹ ਸੱਚ ਦੀ ਗੱਲ ਸਮਾਜ ਵਿੱਚ ਫੈਲ ਗਈ, ਕੱਲ ਨੂੰ ਸਾਰੇ ਲੋਕ ਉੱਠ ਕੇ ਮੇਰੀ ਵਿਰੋਧਤਾ ਦਾ ਕਾਰਨ ਬਣਨਗੇ। ਇਦਾਂ ਦੀ ਸਜ਼ਾ ਦਿਓ, ਕੱਲ ਨੂੰ ਕੋਈ ਕਿਸੇ ਕੌਮ ਦਾ ਆਗੂ ਨਾ ਬਣੇ, ਲੋਕੀ ਕਿਸੇ ਦੀ ਛੱਡੋ, ਆਪਣੇ ਹੱਕ ਦੀ ਵੀ ਨਾ ਗੱਲ ਕਰ ਸਕਣ। ਯਾਦ ਰੱਖਿਓ, ਦਿੱਲੀ ਦੀ ਧਰਤੀ ਤੇ ਲੋਕਾਂ ਨੇ ਆਰੇ ਨਾਲ ਲੱਕੜਾਂ ਚੀਰਦੀਆਂ ਬੜੀ ਵਾਰੀ ਵੇਖੀਆਂ ਸਨ, ਪਰ ਸਰੀਰ ਚੀਰਦਾ ਪਹਿਲੀ ਵਾਰੀ ਵੇਖਿਆ। ਮਰਦੇ ਬੰਦਿਆਂ ਨੂੰ ਅੱਗ ਲਾਈ ਜਾਂਦੀ ਤੇ ਲੋਕਾਂ 'ਚ ਸੁਭਾਵਕ ਸੀ, ਪਰ ਕੋਈ ਜੀਂਦੇ ਜੀ ਧੰਨ ਗੁਰੂ ਤੇਗ ਬਹਾਦਰ ਕਹਿ ਕੇ ਕੁਰਬਾਨ ਹੋ ਜਾਏ। ਪਾਣੀ ਚੁੱਬੜਦਾ ਲੋਕਾਂ ਬੜਾ ਕੁਝ ਵੇਖਿਆ, ਪਰ ਹੈਰਾਨੀ ਸੀ, ਕਿਸੇ ਦੇ ਸਰੀਰ ਨੂੰ ਉਹਨਾਂ ਚਿਰ ਉਬਾਲੀ ਗਏ ਜਿੰਨਾ ਚਿਰ ਭਾਈ ਦਿਆਲ ਦਾਸ ਦੀਆਂ ਹੱਡੀਆਂ ਤੇ ਮਾਸ ਵੱਖਰਾ ਨਾ ਹੋ ਗਿਆ। ਬਾਬੇ ਕਿਆਂ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਜ਼ਿੰਦਗੀ ਦਾ ਠੀਕਰਾ ਦਿੱਲੀ ਵਾਲਿਆਂ ਦੇ ਸਿਰ ਭੰਨਿਆ। ਔਰੰਗਜ਼ੇਬ ਕਹਿੰਦਾ ਆ, ਗੁਰੂ ਤੇਗ ਬਹਾਦਰ ਦੇ 4 ਟੁਕੜੇ ਕਰਕੇ ਦਿੱਲੀ ਦੇ 4 ਦਰਵਾਜ਼ਿਆਂ ਤੇ ਲਟਕਾ ਦਿਓ। ਪਰ ਅਣਖ ਗੈਰਤ ਬੜੀ ਚੀਜ਼ ਕੰਮ ਕਰਦੀ ਆ। ਗੁਰੂ ਦਿਆਂ ਲਾਲਾ ਆਪਣੇ ਆਪ ਨੂੰ ਖਤਰੇ 'ਚ ਪਾ ਪਾਤਸ਼ਾਹ ਦੇ ਧੜ ਦਾ ਸੰਸਕਾਰ ਵੀ ਕੀਤਾ। ਸੀਸ ਲੈ ਕੇ ਗੁਰੂ ਦਾ 5ਵਾਂ ਸਾਹਿਬਜ਼ਾਦਾ। ਮੈਂ ਤਕਰੀਬਨ ਉਹਦੇ ਲਈ ਹਰ ਥਾਂ ਤੇ ਲਫ਼ਜ਼ ਵਰਤਦਾ। ਕਈ ਬੰਦੇ ਕਹਿੰਦੇ ਵੀ ਇੰਜ ਕਿਉਂ, ਪਰ ਵੇਖੋ, ਭਾਈ ਜੈਤਾ ਆ ਜਿਹਨੂੰ ਮਹਾਰਾਜ ਨੇ ਆਪਣਾ ਪੁੱਤ ਕਹਿ ਕੇ ਨਵਾਜਿਆ। ਪਿਆਰਿਓ, 5ਵਾਂ ਸਾਹਿਬਜ਼ਾਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਅੱਪੜਦਾ ਆ। ਮਹਾਰਾਜ ਸੀਸ ਦਾ ਸੰਸਕਾਰ ਕਰਦੇ ਆ ਔਰ ਪੁੱਛਦੇ ਆ, ਕਹਿੰਦੇ ਆ, ਜੈਤਿਆ ਇੱਕ ਗੱਲ ਪੁੱਛਾਂ, ਦਿੱਲੀ ਦਾ ਚਾਂਦਨੀ ਚੌਂਕ, ਸਿੱਖਾਂ ਦੀ ਸ਼ਹੀਦੀ, ਬਾਪੂ ਦੀ ਸ਼ਹੀਦੀ, ਜੈਤਿਆ ਕਿਸੇ ਦੇ ਅੰਦਰ ਰੋਹ ਨਾ ਪੈਦਾ ਹੋਇਆ? ਕਿਸੇ ਨੇ ਉੱਚੀ ਬਾਹ ਕਰਕੇ ਹਾਂ ਦਾ ਨਾਰਾ ਨਹੀਂ ਦਿੱਤਾ? ਕਿਸੇ ਅੰਦਰ ਇਹ ਦਰਦ ਨਹੀਂ ਸੀ? ਭਾਈ ਜੈਤਾ ਕਹਿੰਦਾ, ਮਹਾਰਾਜ ਇਹ ਸੱਚ ਆ, ਲੋਕ ਬੜੇ ਸਨ, ਦਰਦ ਵੀ ਸੀ, ਅੱਖਾਂ ਚੋਂ ਡਿੱਗਦੇ ਹੰਝੂ ਵੀ ਮੈਂ ਵੇਖੇ ਚਾਂਦਨੀ ਚੌਂਕ, ਪਰ ਮਹਾਰਾਜ ਹਿੰਮਤ ਕਿਸੇ 'ਚ ਨਹੀਂ ਸੀ। ਏਡੀ ਹਿੰਮਤ ਨਹੀਂ ਕੋਈ ਸਰਕਾਰ ਦਾ ਵਿਰੋਧ ਕਰਦਾ ਹੈ। ਸਤਿਗੁਰੂ ਕਹਿੰਦੇ ਆ, ਫਿਰ
अज तो इस हिम्मत का एक होर बीज बीजांगे। महाराज साडे वडेरियां नूं पुरखियां नूं आवाज़ दिती, उठो बई, पकड़ो तेगां, करो घोड़ियां दियां सवारियां, बन्नो सिरां ते दस्तारां दुमाले, अपने हक्कां लई रण तत्ते विच जूझ के मरना पएगा। लोकां आखिया महाराज सरकार दा विरोध, वक्त दा विरोध। सच्चे पातशाह कहंदे आ जे तुसीं ना उठे, आउण वालियां नस्लां ने तुहानूं कदे मुआफ नहीं करना। पहलियां बूंदां जदों मींह दियां धरती ते डिगदियां, पहलियां बूंदां नूं धरती विच समाउणा पैंदा है, बाकी बूंदा रोड़ बन के जरूर उतों दी चलदियां, पर समाउणा तो किसी नूं किसी नूं पएगा। लोकां डरदिआं एक गल कही, बड़ी बारी तुसीं पढ़दे सुणदे हो, साडे पुरखे मैं कहना साडे सिरां ते दस्तारां सोभदियां जिहड़ियां आ, अपने वडेरियां नूं कदी वेखोगे, कदी साडे ते वक्त सी जी, मैनूं माफ़ करना, ब्राह्मण दी निगाह च ब्राह्मण नूं छड्ड के असीं सारे शूद्र आ, भावें वह किसी बरादरी नाल जुड़िया होवे। लोग उठे, लोकां हथ जोड़ आखिया, काम हमारा तोलन तकड़ी, नंगी कर्द कबू ने पकड़ी, चिड़ी उड़ी तो हम डर जाए, दुश्मन से कैसे लड़ पाए। बापू ने आवाज दी, इन गरीब सिंगन को मैं दियूं पातशाही, ये याद करें हमारी गुरियाई, राज करन की रीत सिखाऊं, तबे गोबिंद सिंह नाम कहा। लोकां पकड़ियां तेगां, घोड़ियां ते काठियां सवार होए, सिरां ते सुंदर दमाले शोभा पाए। महाराज कहंदे संसारी तौर ते लोग जो मर्जी कहण, गुरु नानक दे घर विच अज तो बाद तुहाडी कोई जात पात नहीं, तुसीं सिर्फ गुरु नानक दे सिख हो। इकट्ठियां पंगत च बह के प्रशादा छकना, इक्को थां संगत करनी, इक्को गुरु कोलों असीसां नाल झोली भरनी। महाराज जी दे दरबार की शोभा फैलती गई। सन 1666 का महाराज का प्रकाश, 1675 च गुरु तेग बहादुर साहब की शहीदी, 9 साल की उम्र च महाराज गद्दी बैठे। 1681 विच महाराज एक मुढ़ बन्निया जी, वो मुढ़ बन्निया रणजीत नगारे का। वेखण नूं नगारा बेशक छोटा जिहा आ, पर नगारा सिद्धांतक तौर ते बादशाही की निशानी सी, आज़ादी की निशानी सी। आज़ाद बंदा नगारा वजा सकता है। अज भी गुरुद्वारे साहिब च सिख जयकारा गजाउंदे ना, जदों अरदास वेले नगारा वजदा है, नगर कीर्तना च नगारा वजदा है। गल वो खड़का जां ढोल की गल नहीं है, याद रखियो, वो साडी आज़ादी का एक परवाना है, एक सिद्धांत है। जिवें इस दरवाजे तो कानून बाहर चलता है, इस दरवाजे तो अंदर दुनिया का कोई कानून नहीं है। अज जिहड़े रौला पाउंदे ना कि फलानी थां जी बेअदबी हुई, मारिया क्यों, जानू क्यों मारता, याद रखो हरमंदर साहिब सिखां दा दिल आ, और उस हरमंदर विच सतगुरु दे घर दा कानून चलदा, दुनिया के कानून की उत्थे कोई अहमियत नहीं। साडी आज़ादी आ, साडा दर आ। सन 1681 च जदों नगारा वजना, सवेरे दोपहरे शाम, 22 धार दे राजे हैरान होए, इस रियासत में आके पहाड़ियां नूं कौन कंबण ला रहा है। पता किया ये कोई होर नहीं, गुरु तेग बहादुर दा जाया पुत धन गुरु गोबिंद सिंह साहब है। बई वो तो कल अजे गद्दी ते बैठा है, 15-16 साल की उम्र होवे, महाराज दे अजे मशहरा भी नहीं फुटिया होया। ये कुछ वेखण वास्ते ना भीम चंद राजा कहलूर दा, भीम चंद जिहड़ा ना वो वेखण वास्ते महाराज दे घर नूं आनंदपुर साहब आया। हैरान होया वेख के, बाजां वाले प्रीतम सिंघासन ते शोभा पा रहे, एक हथ ते महाराज दे बाज, सीस उपर बन्निया होया सुंदर केसरी दुमाला, लगी हुई हीरियां जड़ी कलगी,
कलगी दियां अणियां जदों खेलदियां ते उस शोभा नूं वधाउंदियां। आसे पासे खड़ोते हुए सूरमे जवान, किसे दे हत्थ च तेग, किसे कोल बरछा, किसे कोल कमान, किसे कोल कुछ। भीम चंद आया, नमस्कार करके बह गया, पर अंदर इन्नी ईरखा नाल भर गया, असी पुश्तां तो राजे महाराजियां दे पोते हां, एक कल दा गभरू हो के एडी वड्डी सल्तनत कायम कर गया। महाराज उहदे अंदर नूं पछाण के सतगुरु कहंदे सिखां नूं लियाओ बई, अद्भुत चीज़ां दे दर्शन कराओ। राजा भीम चंद जी आया। वो अद्भुत चीज़ां की सन? उस वेले दियां सब तो महंगियां एक बड़ी कीमती चंदन की चौंकी आ। ये असाम का राजा राजा रतन राय लैके आया। महाराज जदों अज जिहड़ा गुरु ग्रंथ साहब जी के स्वरूप सुभाएमान होंदे, जिहड़ी मर्यादा ना जी, ध्यान देना, महाराज जदों शरीर च सन इदां ही चंदोआ साहब लगदा, इदां ही थड़े उत्ते पीड़ा सजदा ते पीड़े उत्ते महाराज चौंकड़ा मार के बैठते। संगत महाराज नूं इदां ही मत्था टेकदी जिवें असीं गुरु ग्रंथ साहब नूं टेकदे हैं। सतगुरु महाराज चौंकड़ी एक, महाराज चरण अंदर कीता चौंकड़ी दा, एक चरण महाराज चंदन की चौंकी ते रखिया, एक कीमती रेशम दी बास दी डोर, तीजा पंचकला शास्त्र जिहड़ा अज भी कलकत्ते दे म्यूजियम दे विच पिया है, चौथा वो लैके आया जी प्रसादी हाथी, दरम्याने जे कद दा, छोटे जे कद दा। उहदे कोल बड़ी कलाकृति सी, एक तो उहदी सुंड तो लैके पूछ तक चिट्टी धारी, दूजा नूं सिखाया इदां पिया, महाराज कमान चों तीर छड्डण ते चोके लियावे, सुंड विच पानी भरे तो महाराज दे चरण धोदा, सुंड विच चौर पकड़े महाराज जी नूं चौर साहब करे। राजा भीम चंद वेखदा रहा, पर उदों ते उहदियां अखां ही झुंदिया आ गईयां जदों सिखा महाराज दे सीस दे उत्ते हीरियां नाल जड़िया होया, सोने दे तिल्ले नाल मढ़िया होया जदों चंदोआ साहब लाया ना। मैं बेनती करदिया, वैसे चंदोए ते चांदनी च थोड़ा जिहा फर्क हुंदा आ, मैं सौखी अर्ज करन लई चंदोआ साहब कह रहा हां। जदों वो लाया उन्होंने जेड़े जिवें अज आपां शमियाना लाउने आ, शमियाना टाइप हुंदी जिहड़ी चांदनी आ, अज लक्कड़ दे डंडे लाए जांदे, उदों चोबां जिहड़ियां वो चांदी दियां लगदियां। भीम चंद वेख के हैरान रह गया, बोलिया कुछ नहीं गया, मत्था टेकिया, मुड़ गया। उन्हें सारियां रियासतां दे राजे सद लए, कट्ठियां होके कहंदा बड़ी चिंता का विषय आ। किस गल्लों? कहन लगे वो दिन दूर नहीं जिस दिन केसरी परचम कला आनंदपुर साहब नहीं 22 दियां 22 रियासतां ते झुलेगा। वो वधदी हुई ताकत नूं वेखो, 16-17 सालां दा कोई गभरू इन्नी छेती इन्नी कामयाबी हासिल कर लै। अजे भीम चंद दे दादे नूं तारा चंद नूं गुरु हरगोबिंद साहब ग्वालियर के किले चों छड़ा के लियाए सन। वेखो दुनिया ते बड़े लोग आ जिहड़े एहसान फरामोश भी हुंदे आ, खास करके गुलाम कौमां दे मालक। असीं अज तो वफा करते आए हैं, वो अज भी साडे नाल बेवफाई करते हैं। आप जी समझते हो, सच्चे पातशाह दे घर बारे सड़दा बलदा ईरखा च बोल कहंदा आ, आपां नूं गुरु गोबिंद सिंह दी ताकत दबाउणी पएगी। राजे कहन लगे भी गल तो ठीक है, पर लड़िए किदां? अक्सर कोई बहाना तो चाहिए ना उसकी ताकत दबाउण नूं। कहन लगे बहाना मेरे कोल है, आउण वाले समय विच मेरे पुत्र अजमेर चंद का विआह है। आपां अपने प्रोत नूं भेजदे हैं, सतगुरु नूं सद्दीए विआह ते नाले महाराज कोलों मंगीए कीमती चीज़ां। जदों चीज़ां आ गईयां, गुरु साहब आ गए,
ਵਿਆਹ ਮੁੱਕੇਗਾ ਜਦੋਂ ਚੀਜ਼ਾਂ ਮੋੜਨ ਦੀ ਵਾਪਸੀ ਦੀ ਗੱਲ ਹੋਈ ਆਪਾਂ ਮੁੱਕਰ ਜਾਣਾ ਹੈ। ਜੇ ਹਿੰਮਤ ਹੋਏਗੀ ਲੜੇਗਾ, ਨਹੀਂ ਤੇ ਡਰ ਜਾਏਗਾ। ਜੇ ਲੜੇਗਾ ਤੇ ਆਪਾਂ ਲੜ ਪਾਂਗੇ। ਸਾਰਿਆਂ ਸਹਿਮਤੀ ਪ੍ਰਗਟਾਈ। ਕੁਝ ਦਿਨ ਲੰਘੇ। ਇੱਕ ਪੱਤਰਕਾ ਲਿਖੀ ਵਿਆਹ ਦਾ ਸੱਦਾ ਪੱਤਰ ਪੰਮੇ ਪ੍ਰੋਤ ਦੇ ਰਾਹੀਂ ਮਹਾਰਾਜ ਨੂੰ ਅਪੜਿਆ। ਸਤਿਗੁਰੂ ਮਹਾਰਾਜ ਕਹਿਣ ਲੱਗੇ ਠੀਕ ਹੈ, ਵਿਆਹ ਹੈ, ਤੁਹਾਨੂੰ ਵਧਾਈਆਂ ਵੀ ਖੁਸ਼ੀ ਦਾ ਸਮਾਂ। ਕਹਿਣ ਲੱਗਾ ਮਹਾਰਾਜ ਆ ਚੀਜ਼ਾਂ ਵੀ ਮੰਗੀਆਂ ਰਾਜੇ ਭੀਮ ਚੰਦ ਨੇ। ਕਹਿਣ ਲੱਗਾ ਸਾਡੀ ਮਿੱਤਰਤਾ ਨਿਭ ਜਾਏਗੀ। ਸਤਿਗੁਰੂ ਅੰਦਰ ਦੀ ਤਾੜ ਗਏ। ਭਾਈ ਗੁਰਦਾਸ ਭਾਵੇਂ ਗੁਰੂ ਨਾਨਕ ਸਾਹਿਬ ਬਾਰੇ ਗੱਲ ਲਿਖਦੇ ਆ, ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਚੱਲੇ ਗੁਰੂ ਦੀ ਚਾਲ। ਵੇਖੋ ਕਦੀ ਗੁਰੂ ਨੂੰ ਵੀ ਛਲਿਆ ਜਾ ਸਕਦਾ ਭਲਾ। ਇੱਥੇ ਤੇ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈ। ਮਹਾਰਾਜ ਕਹਿੰਦੇ ਵਿਆਹ ਤੇ ਸੱਦਣਾ ਹੋਰ ਗੱਲ ਆ, ਪਰ ਜਿਹੜੀਆਂ ਚੀਜ਼ਾਂ ਮੰਗਦੇ ਹੋ ਨਾ, ਪੰਮੇ ਨੂੰ ਆਖਿਆ ਪ੍ਰੋਤ ਨੂੰ, ਕਹਿਣ ਲੱਗੇ ਗੁਰੂ ਦੇ ਘਰ ਵਿੱਚ ਜਿਹੜੀ ਭੇਟ ਹੈ ਸੰਗਤ ਦੀ, ਇਹ ਕਿਸੇ ਦੇ ਘਰ ਦਾ ਸ਼ਿੰਗਾਰ ਨਹੀਂ ਬਣ ਸਕਦੀ। ਮਹਾਰਾਜ ਨੇ ਜਦੋਂ ਇਹ ਗੱਲ ਆਖੀ, ਮੋੜੇ ਬੋਲ ਸੁਣੇ। ਭੀਮ ਚੰਦ ਨੇ ਸੁਣਿਆ ਤੇ ਹੈਰਾਨ ਰਹਿ ਗਿਆ। ਥੋੜੀ ਜੀ ਗੱਲਾਂ ਬਾਤਾਂ ਰਾਹੀਂ ਕੁੜੱਤਣ ਇੱਕ ਦੂਜੇ ਤੱਕ ਪੜਦੀ ਆ। ਮਾਤਾ ਮਾਂ ਗੁਜਰੀ ਜੀ ਕਹਿੰਦੇ ਆ ਬੇਟਾ ਅਜੇ ਬਹੁਤਾ ਸਮਾਂ ਨਹੀਂ ਹੋਇਆ ਤੁਹਾਡੇ ਬਾਪੂ ਦੀ ਸ਼ਹੀਦੀ ਨੂੰ। ਇੰਜ ਕਰੋ, ਤੁਹਾਨੂੰ ਬੜੀ ਵਾਰੀ ਸੱਦਿਆ ਰਾਜੇ ਮੇਦਨੀ ਪ੍ਰਕਾਸ਼ ਨੇ, ਜਾਓ ਕੁਝ ਦਿਨਾਂ ਵਾਸਤੇ ਸਮੇਂ ਨੂੰ ਟਾਲ ਦਿਓ, ਤੁਸੀਂ ਉਧਰ ਚਲੇ ਜਾਓ। ਮਹਾਰਾਜ ਰਾਜੇ ਮੇਦਨੀ ਪ੍ਰਕਾਸ਼ ਦੇ ਸੱਦੇ ਤੇ ਨਾਹਨ ਗਏ। ਕੁਝ ਸਮਾਂ ਮਹਾਰਾਜ ਨਾਹਨ ਲੰਘਾਇਆ। ਸਤਿਗੁਰੂ ਨੇ ਯਮਨਾ ਦਾ ਕੰਢਾ ਬੜਾ ਪਸੰਦ ਆਇਆ। ਪਾਤਸ਼ਾਹ ਨੇ ਇੱਥੇ ਨਗਰ ਵਸਾਇਆ ਪੌਂਟਾ ਸਾਹਿਬ। ਇੱਥੇ ਹੀ ਮਹਾਰਾਜ ਨੇ ਅਕਾਲ ਉਸਤਤ ਦੀ ਬਾਣੀ ਉਚਾਰੀ। ਜਾਪ ਸਾਹਿਬ ਤਪ ਪ੍ਰਸਾਦ ਸਵਈਏ ਜਿਹੜੇ ਪੜ੍ਹਨੇ ਸਾਰੀ ਅਕਾਲ ਉਸਤਤ ਦੀ ਬਾਣੀ ਹੈ। ਪੌਂਟਾ ਸਾਹਿਬ ਬੜਾ ਸੋਹਣਾ ਨਗਰ ਵਸਿਆ। ਇੱਧਰ ਰਾਜਿਆਂ ਨੂੰ ਫਿਰ ਖਬਰ ਮਿਲ ਗਈ ਵੀ ਗੁਰੂ ਸਾਹਿਬ ਇੰਨੀ ਦਿਨੀ ਆਨੰਦਪੁਰ ਸਾਹਿਬ ਨਹੀਂ, ਉਹਨਾਂ ਤੇ ਪੌਂਟਾ ਸਾਹਿਬ ਵਸਾ ਲਿਆ। ਰਾਜਾ ਭੀਮ ਚੰਦ ਕਹਿਣ ਲੱਗਾ ਕੋਈ ਗੱਲ ਨਹੀਂ, ਲੜਨਾ ਤੇ ਉਹਦੇ ਨਾਲ ਆਪਾਂ ਹੈ। ਇੰਜ ਕਰੀਏ ਆਪਾਂ ਇੱਕ ਸ਼੍ਰੀਨਗਰ ਜਿਹੜਾ ਜੰਮੂ ਕਸ਼ਮੀਰ ਇਹ ਸ਼੍ਰੀਨਗਰ ਆ, ਇੱਕ ਸ਼੍ਰੀਨਗਰ ਹਿਮਾਚਲ 'ਚ ਆ, ਛੋਟੀ ਜੀ ਰਿਆਸਤ ਆ। ਉੱਥੋਂ ਦਾ ਰਾਜਾ ਆ ਫਤਿਹ ਸ਼ਾਹ। ਫਤਿਹ ਸ਼ਾਹ ਦੀ ਪੁੱਤਰੀ ਨਾਲ ਅਜਮੇਰ ਚੰਦ ਮੰਗਿਆ ਆ, ਜਾਂ ਸੌਖਾ ਸਮਝ ਲਈਏ ਭੀਮ ਚੰਦ ਤੇ ਫਤਿਹ ਸ਼ਾਹ ਦੋਨੋਂ ਕੁੜਮਿਆ। ਰਾਜਾ ਭੀਮ ਚੰਦ ਕਹਿੰਦਾ ਬਰਾਤ ਲੈ ਕੇ 22 ਰਿਆਸਤਾਂ ਦੇ ਕਿੰਨੇ ਲੋਕ ਆ, ਏਡੀ ਵੱਡੀ ਬਰਾਤ ਲੈ ਕੇ ਜਦੋਂ ਯਮਨਾ ਤੋਂ ਲੰਘਣਾ ਨਾ, ਆਪਾਂ ਸ਼੍ਰੀਨਗਰ ਨੂੰ ਜਾਣਾ, ਜਾਂਦਿਆਂ ਜਾਂਦਿਆਂ ਪੌਂਟਾ ਸਾਹਿਬ ਉਜਾੜ ਦੇਣਾ। ਇੰਨੇ ਲੋਕ ਹੋਣੇ ਆਪਣੇ ਨਾਲ, ਜੇ ਲੜਨ ਦੀ ਗੱਲ ਕਰੇਗਾ ਤਾਂ ਲੜ ਲਾਂਗੇ ਆਪਾਂ। ਸਤਿਗੁਰੂ ਨੂੰ ਪਤਾ ਲੱਗਾ, ਮਹਾਰਾਜ ਪਹਿਲਾਂ ਹੀ ਪੱਤਰਕਾਰ ਲਿਖ ਕੇ ਭੇਜੀ, ਭੀਮ ਚੰਦ ਤੇਰੇ ਪੁੱਤ ਦਾ ਵਿਆਹ ਹੈ, ਅਸੀਂ ਤੇਰਾ ਵਿਆਹ ਨਹੀਂ ਖਰਾਬ ਕਰਨਾ ਚਾਹੁੰਦੇ। ਸਾਡੀ ਇੱਕੋ ਤੇ ਆਖਰੀ ਗੱਲ ਹੈ, ਤੇਰੇ ਪੁੱਤਰ ਸਮੇਤ 11 ਬੰਦੇ ਯਮਨਾ ਪਾਰ ਕਰਕੇ ਪੌਂਟੇ ਵਿੱਚ ਦੀ ਲੰਘ ਜਾਓ, 12ਵਾਂ ਬੰਦਾ ਨਹੀਂ ਅਸੀਂ ਲੰਘਣ ਦੇਣਾ। ਭੀਮ ਚੰਦ ਫਿਰ ਹੈਰਾਨ ਹੋਇਆ। ਇਹਦਾ ਪੁੱਤਰ ਤੇ ਬਾਕੀ ਬਰਾਤ ਲੈ ਕੇ ਉੱਥੇ ਅਪੜ ਗਏ। ਬਾਕੀ ਪਹਾੜੀਏ ਉਲਝਦਿਆਂ ਕਈ ਦਿਨਾਂ ਬਾਅਦ ਅਪੜੇ। ਤੀਜੀ ਘਟਨਾ ਇੱਕ ਹੋਰ ਵਾਪਰੀ ਇਸੇ ਵਿਆਹ ਤੇ। ਰਾਜਾ ਫਤਿਹ ਸ਼ਾਹ ਵੀ ਮਹਾਰਾਜ ਨੂੰ ਬੜਾ ਪ੍ਰੇਮ ਕਰਦਾ ਆ। ਉਹਨੇ ਪੁੱਤਰੀ ਦੇ ਵਿਆਹ ਤੇ ਸੱਦਿਆ। ਮਹਾਰਾਜ ਕਹਿੰਦੇ ਅਸੀਂ ਆਵਾਂਗੇ, ਤੇਰਾ ਖਰਚਾ ਵਧੇਗਾ। ਸਤਿਗੁਰੂ ਨੇ ਪੁੱਤਰੀ ਦੇ ਸ਼ਗਨ ਲਈ, ਆਪਾਂ ਆਮ ਤੌਰ 'ਤੇ ਲਫ਼ਜ਼ ਵਰੀ ਵਰਤਦੇ ਹਾਂ ਅੱਜ ਨਾ ਪੰਜਾਬ 'ਚ ਰਹਿਣ ਕਰਕੇ, ਪੁਰਾਣਾ ਲਫ਼ਜ਼ ਸੀ ਤੰਬੋਲ। ਉਹਦੇ 'ਚ ਬੱਚੀ ਦੇ ਕੀਮਤੀ ਗਹਿਣੇ, ਪਾਉਣ ਵਾਲੇ ਬਸਤਰ, ਕੁਝ ਹੋਰ ਸਮਾਂ। ਸਤਿਗੁਰੂ ਬੜਾ ਮਹਿੰਗਾ ਤੰਬੋਲ ਸਿੱਖਾਂ ਹੱਥ ਭੇਜਿਆ ਵੀ ਜਦੋਂ ਵਿਖਾਲਾ ਪਏ ਤੇ ਆਹ ਸ਼ਗਨ ਬੱਚੀ ਦੀ ਝੋਲੀ ਪਾ ਦਿਓ। ਰਾਜਿਆਂ ਵਿਖਾਲਾ ਪਾਇਆ, ਕੋਈ ਕੁਝ ਰੱਖੇ ਕੋਈ ਕੁਝ ਰੱਖੇ।
ਮੁੱਕਦੀ ਗੱਲ ਜੀ, ਜਦੋਂ ਸਿੱਖਾਂ ਤੰਬੋਲ ਖੋਲਿਆ, ਸਭ ਤੋਂ ਮਹਿੰਗਾ ਤੰਬੋਲ ਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਭੀਮ ਚੰਦ ਫੇ ਹੈਰਾਨ ਹੋ ਗਿਆ ਵੀ ਅਸੀਂ ਏਡੇ ਵੱਡੇ ਰਾਜੇ ਆ, ਸਾਡੇ ਕੋਲੋਂ ਨਹੀਂ ਇੰਨਾ ਕੁਝ ਦੇ ਹੋਇਆ ਜਿੰਨਾ ਉਹ ਮੁੱਛ ਫੁੱਟ ਗੱਭਰੂ ਸਭ ਕੁਝ ਦੇਈ ਜਾਂਦਾ। ਰਾਜਾ ਭੀਮ ਚੰਦ ਆਪਣੇ ਕੁੜਮ ਨੂੰ ਕਹਿੰਦਾ ਆ ਪਾਸੇ ਕਰਕੇ ਵੀ ਆਹ ਤੰਬੋਲ ਰੱਖਣਾ ਨਹੀਂ ਮਹਾਰਾਜ ਦਾ। ਉਹ ਕਹਿਣ ਲੱਗਾ ਨਹੀਂ ਰੱਖਣਾ ਤਾਂ ਵਾਪਸ ਭੇਜ ਦਿੰਦੇ। ਕਹਿਣ ਲੱਗਾ ਵਾਪਸ ਵੀ ਨਹੀਂ ਜਾਣ ਦੇਣਾ, ਨਾ ਰੱਖਣਾ ਨਾ ਵਾਪਸ ਜਾਣ ਦੇਣਾ, ਇਹ ਖੋਹਣਾ ਆਪਾਂ। ਫਤਿਹ ਸ਼ਾਹ ਹੁਣ ਕੁੜਮਾਚਾਰੀ ਸੀ, ਚੁੱਪ ਹੋ ਗਿਆ। ਕਹਿਣ ਲੱਗੇ ਤੁਹਾਡਾ ਤੰਬੋਲ ਪ੍ਰਵਾਨ ਨਹੀਂ, ਲੈ ਜਾਓ। ਸਿੱਖਾਂ ਨੇ ਕਰਤੂਤ ਉਹਨਾਂ ਦੀ ਬੁੱਝ ਲਈ, ਬੜੀ ਹੁਸ਼ਿਆਰੀ ਨਾਲ ਤੰਬੋਲ ਵਾਪਸ ਲੈ ਆਂਦਾ। ਬਰਾਤਾਂ 3-4 ਦਿਨ ਉਦੋਂ ਰਾਤਾਂ ਰਹੀਆਂ। ਜਿੱਦਣ ਡੋਲੀ ਵਿਦਿਆ ਹੋਣ ਲੱਗੀ, ਭੀਮ ਚੰਦ ਕਹਿਣ ਲੱਗਾ ਵੀ ਅਸੀਂ ਬੱਚੀ ਦੀ ਡੋਲੀ ਵਾਪਸ ਨਹੀਂ ਲਿਜਾਣੀ। ਹੁਣ ਲੜਕੀ ਦਾ ਬਾਪ ਫਤਿਹ ਸ਼ਾਹ ਬੜਾ ਹੈਰਾਨ ਹੋਇਆ ਵੀ ਇਹ ਕੀ ਗੱਲ ਹੈ। ਕਹਿਣ ਲੱਗਾ ਸਾਰੇ ਰਾਜੇ ਪਹਿਲਾਂ ਇਹ ਵਾਅਦਾ ਕਰੋ, ਅਸੀਂ ਡੋਲੀ ਤਾਂ ਇੱਥੋਂ ਲਿਜਾਣੀ ਆ, ਪਹਿਲਾਂ ਵਾਅਦਾ ਕਰੋ ਵੀ ਜਾਂਦਿਆਂ ਗੁਰੂ ਗੋਬਿੰਦ ਸਿੰਘ ਨਾਲ ਲੜਾਂਗੇ ਆਪਾਂ। ਮਹਾਰਾਜ 10ਵੇਂ 'ਚ ਲਿਖਿਆ ਵੈਸੇ, ਫਤਿਹ ਸ਼ਾਹ ਕੋਪਾ ਤਬ ਰਾਜਾ, ਲੋ ਬੜਾ ਹਮਸਿਓ ਬਿਨ ਕਾਜਾ। ਮਹਾਰਾਜ ਕਹਿੰਦੇ ਫਤਿਹ ਸ਼ਾਹ ਨਾਲ ਤੇ ਸਾਡਾ ਲੈਣ ਦੇਣ ਹੀ ਕੋਈ ਨਹੀਂ ਸੀ, ਸਾਡੇ ਨਾਲ ਫਿਰ ਵੀ ਲੜਿਆ। ਮੁੱਕਦੀ ਗੱਲ, ਰਾਜਿਆਂ ਸਹਿਮਤੀ ਪ੍ਰਗਟਾਈ। ਸਨ 1686 ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 20 ਸਾਲ ਦੇ ਹੈ। ਭੰਗਾਣੀ ਦੇ ਯੁੱਧ ਦੀ ਆਰੰਭਤਾ ਹੋਣੀ ਹੈ। 500 ਪਠਾਨ ਔਰੰਗਜ਼ੇਬ ਨੇ ਕੱਢਿਆ, ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਨਾਲ ਮਹਾਰਾਜ ਰੱਖਿਆ। ਜਿੱਦਣ ਜੰਗ ਹੋਣੀ ਨਾ, ਕੱਲ ਨੂੰ ਜੰਗ ਹੋਣੀ ਆ, ਅੱਜ ਰਾਤ ਨੂੰ 400 ਪਠਾਨ ਰਾਤੋਂ ਰਾਤ ਦੌੜ ਗਿਆ। 700 ਉਦਾਸੀ ਸਾਧੂ, ਕੱਲਾ ਮਹੰਤ ਕਿਰਪਾਲ ਦਾਸ ਰਹਿ ਗਿਆ। 699 ਰਾਤੀ ਦੌੜ ਗਏ। ਦਿਨ ਦਾ ਚੜ੍ਹਾਅ ਹੋਇਆ, ਭੰਗਾਣੀ ਦਾ ਯੁੱਧ ਮੱਲਿਆ। ਸਿੱਖਾਂ ਖਬਰ ਦਿੱਤੀ, ਮਹਾਰਾਜ ਦੇ ਭੂਆ ਦੇ ਪੁੱਤ ਭਰਾ ਆ, ਬੀਬੀ ਵੀਰੋ ਦੇ ਪੁੱਤ। ਮਹਾਰਾਜ ਨੂੰ ਕਹਿਣ ਲੱਗੇ ਸਤਿਗੁਰੂ ਜੰਗ ਕਿਵੇਂ ਕਰਨਾ। 700 ਸਾਧੂ ਦੌੜ ਗਿਆ, 400 ਪਠਾਨ ਦੌੜ ਗਿਆ, ਕੀ ਕਰੀਏ। ਸੱਚੇ ਪਾਤਸ਼ਾਹ ਕਹਿੰਦੇ ਆ ਮੈਦਾਨੇ ਜੰਗ ਬੰਦੇ ਨਹੀਂ ਲੜਦੇ, ਹੌਸਲੇ ਲੜਦੇ ਆ। ਪਰਵਾਹ ਕਿਉਂ ਕਰਦੇ ਹੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਸਾਡੀ ਅਗਵਾਈ ਕਰੇਗਾ। ਮਹਾਰਾਜ ਇੰਨੀ ਹਿੰਮਤ ਭਰੀ। ਤੁਸੀਂ ਧਿਆਨ ਦਿਓ ਵੀ ਜਿਹੜਾ ਬੰਦਾ ਕਦੇ ਮੈਦਾਨੇ ਜੰਗ ਨਾ ਗਿਆ ਹੋਵੇ, ਮਹੰਤ ਕਿਰਪਾਲ ਦਾਸ ਸੋਟਾ ਲੈ ਕੇ ਮੈਦਾਨੇ ਜੰਗ ਪੜਿਆ। ਲਾਲ ਚੰਦ ਹਲਵਾਈ ਸਾਰੀ ਜ਼ਿੰਦਗੀ ਸਬਜ਼ੀ ਭਾਜੀ ਬਣਾਉਂਦੇ ਆ ਲੰਘੀ, ਪੌਣੀ ਲੈ ਕੇ ਝਾਰਨੀ ਲੈ ਕੇ ਮੈਦਾਨੇ ਜੰਗ ਆਇਆ। ਇਹ ਹਿੰਮਤ ਆ, ਇਹ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਆ ਹੋਇਆ ਜਨੂਨ ਆ। ਐਵੇਂ ਨਹੀਂ ਮਹਾਰਾਜ ਕਹਿੰਦੇ ਵੀ ਇਨਕੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੈ ਗਰੀਬ ਕਰੋੜ ਪਰੇ। ਸਿੱਖਾਂ ਮਹਾਰਾਜ ਦੇ ਚਰਨਾਂ ਤੋਂ ਆਪਾ ਵਾਰਿਆ ਜੀ। ਮੈਂ 2 ਕੁ ਬੋਲ ਕਹਿ ਕੇ ਫਿਰ ਅੱਗੇ ਚੱਲਾਂ। ਮੈਦਾਨੇ ਜੰਗ ਦੇ ਵਿੱਚ 400 ਪਠਾਨ ਜਿਹਨੂੰ ਰੱਖਦਾ ਕੋਈ ਨਹੀਂ, ਉਹ ਦੂਜਿਆਂ ਦੇ ਵਿਰੋਧ 'ਚ ਭੁਗਤੇ। ਜੰਗ ਦਾ ਬਿਗਲ ਵੱਜਿਆ। ਇੱਕ ਖਬਰ ਪੀਰ ਬੁੱਧੂ ਸ਼ਾਹ ਨੂੰ ਮਿਲੀ, 700 ਮਰੀਦ, 4 ਪੁੱਤ, 2 ਭਰਾ, ਇੱਕ ਬਾਪੂ ਨੂੰ ਲੈ ਕੇ ਮੈਦਾਨੇ ਜੰਗ ਆਣ ਹਾਜ਼ਰ ਹੋਇਆ। ਸੱਜਰੀ ਮਦਦ ਮਿਲੀ, ਮੈਦਾਨੇ ਜੰਗ ਭਖਿਆ। ਸਭ ਤੋਂ ਪਹਿਲਾਂ ਹਯਾਤ ਖਾਂ ਅੱਗੇ ਵਧਿਆ। ਕਹਿਣ ਲੱਗੇ ਆਵੇ ਕੋਈ ਸੂਰਮਾ। ਤੇ ਇਧਰ ਮਹੰਤ ਕਿਰਪਾਲ ਦਾਸ ਜੜਾਵਾਂ ਘੁੱਟ ਕੇ ਬੰਨੀਆਂ, ਤੇੜ ਲੰਗੋਟ ਲੱਗਾ ਘੋੜੇ ਤੇ ਮਾਰੀ, ਪਲਾਕੀ ਮਾਰ ਬੈਠਾ, ਹੱਥ 'ਚ ਕੁਤਕਾ ਲੈ ਕੇ ਅੱਗੇ ਵਧਿਆ। ਕਹਿਣ ਲੱਗਾ ਮਹਾਰਾਜ ਹਯਾਤ ਖਾਨਾ ਮੈਂ ਟੱਕਰਾ ਕਰਾਂ, ਅਸੀਸ ਦਿਓ। ਤੇ ਜਦੋਂ ਹਯਾਤ ਖਾਂ ਅੱਗੇ ਵਧਿਆ, ਮਹੰਤ ਕਿਰਪਾਲ ਦਾਸ ਦਾ ਢਿੱਡ ਬੜਾ ਵੱਡਾ ਸੀ। ਉਹਨੂੰ ਵੇਖ ਕੇ ਹਯਾਤ ਖਾਂ ਦਾ ਹਾਸਾ ਨਿਕਲ ਗਿਆ। ਕਹਿਣ ਲੱਗਾ ਮੈਦਾਨੇ ਜੰਗ ਮਰਦ ਲੜਦੇ ਆ, ਸਾਧਾਂ ਦਾ ਕੀ ਕੰਮ ਆ। ਬਾਬਾ ਜਾ ਕੇ ਪ੍ਰਸ਼ਾਦ ਪਾਣੀ ਛਕ, ਮੈਂ ਤੈਨੂੰ ਵੇਖਿਆ।
हयात खां कहंदा आ वो गल पहलां दी जिहड़ी तूं वेखी आ, अज गुरु गोबिंद सिंह दी असीस लैके इत्थे बैठा आ, नमक हराम हिम्मत आ ते कर दो हथ मेरे नाल। 4 वार कीते जी। हयात खां ने, बली योधा सी, मंत जी ने डंडे नाल ही रोक लै। खब्बे हथ नाल इक्को ही डंडा जदों कमा के हयात खां दे सिर ते वज्जा, हयात खां दे लोहे दा टोप पाया, समेत टोपी ते समेत सिर सारा कुछ फेंक के रखता। सतगुरु 10वें च लिखिया, कृपाल कोपियं कुत को संभारी, हठी खान हयात के सीस झारी, उठी एच छिछं कड़ा मेघ जोरंग, मनो माखनंग मटकी कान फोरंग। जेड़ा राजा अगे आया सिखा पार बुलाया जी। हरी चंद हंडूरिया बड़ा वड्डा तीर अंदाज सी। आवाज दिंदा है गुरु गोबिंद सिंह, कली कमान ही करनी है लोगों की कि अगे आके आप भी लड़ना है। महाराज भंगाणी दी पहाड़ी तो थले उतरे। सतगुरु कहंदे कर वार। हस के कहन लगा, सुपना रह जाना तेरा, कर वार इको ही जे करन जोगा है। महाराज कहंदे असीं पहला वार किसे ते नहीं कीता, तू कर। पहला वार उन्हें महाराज जी दे सीस नूं बनाया, बाण महाराज दे कन कोल दी छूह के लग्या। दूजा वार फिर कीता, महाराज ने वो भी पासे कीता। तीजा वार उन्हें महाराज दे दिल नूं बनाया। सतगुरु दे थल्ले पत्थे नूं बन्नण वाली चमड़े दी पेटी नाल जिन्हां पत्था बन्नदे सन, उहदे विच आके वो तीर वज्जा। महाराज कहंदे माड़ी जी चुरम ओहदी साडे बदन नूं छुई ते पातशाह कहंदे जबै बाण लाग्यो तबै रोस जाके। एक बार महाराज ऐसा कीता, बड़ा वड्डा बली तीर अंदाज हरी चंद खंडूरिया इको तीर नाल महाराज ने चित कर दिता। मुकदी गल जी, वैसे जंग का पक्ष बड़ा लमेरा है। शाम पई इको दिन का सिर पे जंग आ। महाराज दे इहदे विच भूआ दे भरा 2 पुत जिहड़े वो शहीद होए। भूआ दे पुत भरा, पीर बुद्धू शाह दे 2 पुत, 12 के करीब होर सिख शहादत ते जाम पींदे आ। जंग जितया तो महाराज कहंदे आ भई जीत मेरी कृपा काल केरी। जंग जित महाराज वापस तुरदे आ। पाउंटा साहब तो सिख ने घोड़ा दड़ाया, खबर दिती बाजां वाले अज 2 खुशियां, एक जंग जितण दी, दूजी तेरे घर विच साहिबजादे दा प्रकाश होया। महाराज गुरु नानक दे चरनां दा शुकराना करदे आ, कहंदे आ अज पुत दा नां रख दिओ अजीत सिंह। जंग जित के आए आ ते नां भी उहदा अजेती रखना है। हुण ये सिर्फ मैं तां थोड़ी जी तूक इत्थों आरंभ कीती आ, ये अंदाज़ा लाओ ये हिम्मत आ, ये हक आ जदों कोई अपने हथ लई खड़ोंदा। कल्ले पहाड़ी राजियां महाराज नाल 9 जंग लड़े जी। जंग दूजा कीता तां भी जिते, तीजा कीता तां भी जिते। एक जंग वो आ जिदण किला लोहगढ़ नूं ढाउण दी तैयारी की। दोवें मुखी बन के आए भीम चंद ते केसरी चंद। हैरानी ये हुई, ये अंदाज़ा लाओ भी उस वेले दे हालात इदां दे आ। राजा कोई खड़ो जांदा सी ते लागे प्रजा दी हिम्मत नहीं सी भी राजे वाल वेख भी जाए कोई। लोकी पैरां तो जोड़ा लाउंदे, लम्मे पै जांदे, हथ जोड़ते राजा लंघ जाता। पर यह किड्डी वड्डी हिम्मत होएगी जेड़े हाथी दे उत्ते राजा केसरी चंद बैठा होए। सिखा राजे केसरी चंद का सिर वढ़ के रख लिया, फौजां नूं भजदियां राह ना लभ्या। भीम चंद कहंदा आ भी आ ते खाने चली गई।
ਜਿਹੜੇ ਸਾਡੇ ਸਾਹਮਣੇ ਹਿੰਮਤ नहीं सी कर सकते, आवाज़ नहीं सी कढ़ सकते, अज वो साडे सिर वढ़ के रख लैण। बल नाल गुरु गोबिंद सिंह नहीं जितया जाना, छल करके वेखिए। ये हुण छल आ, इन्हां 2 साल टैक्स ना दिता हुकूमत नूं। औरंगजेब ने अपना दूत भेजिया, कहण लगे असीं बादशाह नूं मिलना चाहुंदे हां। जिहड़ी जंग नदाउन है ना, उहदे कुछ कारण ये भी बनते हैं। पहाड़ी राजे औरंगजेब के दरबार पेश होए, कहन लगे टैक्स किहनूं देईए, तुहानूं नहीं देंदे ते तुसीं मारदे हो। गुरु गोबिंद सिंह नूं नहीं टैक्स दिंदे, वो जानों मारदा है। साडे केसरी चंद दा सिर वढ़ के रख लिया, कई राजे मारते। औरंगजेब कहन लगा एक हुकूमत दे हुंदियां दूजा टैक्स किवें लै जाएगा। फिर इन्हां कोलों जो सरिया इन्हां आख्या, औरंगजेब वो दिन दूर नहीं है, साडियां रियासतां ते गईयां पर ओहदी ताकत इन्नी वधी है, एक ना एक दिन दिल्ली दे तख्त दे उत्ते केसरी झंडा सिखां दा झुल जाना है। औरंगजेब सुनिया, कहन लगे गुरु गोबिंद सिंह है कौन? आखिया उही गुरु जी का सीस दिल्ली विच तू धड़ नाल जुदा कीता है, उहदा पुत्तर है जिहड़ा हुकूमत का बागी बन के जिउंदा है। उन्हें तो लोकां नूं अपने हक्कां दी खातर लड़न मरन लई सिखाया। औरंगजेब एक फतवा जारी करता है कि गुरु गोबिंद सिंह उहदे समेत परिवार नूं पकड़ के दिल्ली दरबार दे विच पेश किया जाए। ये खबर दिल्लियों सरहंद पढ़ती है। सरहंद का राजा नवाब जिहड़ा वो वजीर खान है। दिल्ली नूं जदों जाइए ना, करनाल तो खब्बे हत्थ रोड दे उत्ते एक पिंड वसिया कुंजपुरा। कुंजपुरे का रहन वाला आ जिहड़ा वजीर खान है। इन्हें फिर आसे पासे इलाके दियां फौजां सदियां। पहाड़ी राजे आ, जिन्नी फौज हिंदुस्तान सरजमी दी आ, सारियां फौजां आनंदपुर साहिब नूं घेरा पाया कि गुरु गोबिंद सिंह नूं इन्ना मजबूर कर दिओ, जिउंदे जी हथ खड़िया करके बाहर आ जाए। मैं ज्ञानी ज्ञान सिंह जी की एक दिन लिखत पंथ प्रकाश पढ़दा पिया सां। वो कहते आनंदपुर साहिब नूं घेरा पाउण वाली फौज की गिणती नहीं हो सकती, पर हाँ इन्ना मुलखैया खड़ोता आ कि एक एक मुट्ठी रेत दी भर के भी कोई आनंदपुर साहिब वाल पाए ना, आनंदपुर साहब मिट्टी च दबिया जा सकता है। इन्नी फौज इन्ना घेरा महीने बद्धी लंघते गए। सतगुरु नूं मजबूर करने लई हर चाल चली। मैं ना कई बारी सोचना है भी कई इतिहास इदां दे आ सानू समझण लई बड़े सौखे हो जाते। चमकौर की गल जदों करते हैं ना, तो वह गल दिन दूर नहीं जिदन 84 की गल। 84 नूं पढ़ोगे चमकौर बड़ी छेती समझ आ जाएगा। 8 महीनों के घेरे नूं समझना तो लॉकडाउन तो सारे हंडाया ना। भावें साडे कोल हर साधन है। ये अंदाज़ा लाओ आनंदपुर साहिब कोई रसद नहीं जा रही। अंदर किहड़ा खेती हुंदी है, ऐजे तो घर आ, किला ही है। किले च वसदे हुए लोग जिन्हां दी रसद पानी बाहरों जांदा होया राशन है। पट्ठा नीरा मुक्या, राशन मुक्या। महाराज इन्ना क जानवरां नूं जिहड़ा प्रेम करदे आ, कदी बहुत डिटेल च पढ़ना होए ना, प्रिंसीपल सुजान सिंह की लिखी हुई एक पुस्तक आ कलगी दियां अणियां। वो कहते आ प्रसादी हाथी महाराज दियां अखां सावें तड़प तड़प के दम तोड़ गया। बड़े कीमती घोड़े जदों तड़फदे आ भुख न पाने, महाराज अपने हथीं गोली मार के उन्होंने जुदा किया, मुक्त किया। सतगुरु ये हालात वेखे,
पर एको ही गल आखी पुत्रो, सिदक दे परचे मर्दां ते पैंदे आ। मैं ये भी गल वेखो नाल कह दियां, इतिहास नाल इंसाफ करना सिख दा फर्ज है। जिहड़ी गल आउण वाले जनवरी च जदों आ माघी दा त्यौहार मनाया जाता ना, 40 मुक्तियां दी गल चलेगी। याद रखियो, आनंदपुर साहिब तो सिख जिहड़े वो जुदा नहीं होए। वो इतिहास सारा कोटकपूरे का है। किसी ने शातिर तरीके नाल आनंदपुर साहिब नाल जोड़ दिता भी कल नूं लोग कह सकन कि आनंदपुर साहिब तो सिख गुरु का साथ छड्ड के चले गए। प्यारिओ, उत्थे जिहड़े गुरु के चरणों तो जाना वारन वाले आ, वो भुख तो तंग आके गुरु का साथ नहीं छड्डदे। जिहड़ा भुख करके डोल गया वो सिख काहदा होएगा। सतगुरु 8 महीनों के घेरे नूं हड्डी हंडाया। मालवे की जिस प्यार वाले ने सिक्खी रखी, भाई दान सिंह बराड़, एक दिन किले ते खड़ोता होया कहन लगा, महाराज आउण वाला माहौल की होएगा। सतगुरु कहंदे हुण ते दिन गिणती दे आ। उसे दिन शाम नूं पहाड़ियां वल्लों एक पुरोहित एलची साझा बंदा आटे की गां बना के वेद मंत्र लिखे, धूप रखी, मूँह विच घाह पा के महाराज के सामने पेश होया। मूँह विच घाह उदों पाया जाता सी जदों अपने आप नूं हारिया महसूस कर लेना, ये कह देना भी असी तेरी प्रजा है। महाराज के सामने गल्लां रखियां, सतगुरु गल सिर्फ इन्नी आ, असी तुहानूं जित नहीं सकते। तरला तुहानूं ये आ, परिवार ते सिखां समेत किला खाली कर दिओ, कुछ दिनों बाद किले च फिर आ जाना। गल सिर्फ इन्नी आ, असी संसार विच जींदे रह जाइए। असी राजे महाराजे आ, की कवांगे लोकां नूं कल नूं भी असी मुट्ठी भर सिखां दा किला नहीं खाली करा सके। महाराज तुहाडा भी नुकसान ना होवे, साडा भी नुकसान ना होवे। रही गल नुकसान दी, असी गां दी कसम खाने आ, कुछ नहीं कवांगे, वायदा साडा। सतगुरु कहंदे सोचांगे। ये चला गया। खबर देती भी शायद 1-2 दिनों च किला खाली हो जाए। भाई दान सिंह बराड़ पुछदा, महाराज की होएगा। सिख आंदे आ भी भरोसा कर लीए। सतगुरु मुस्कुरा के कहंदे आ, दान सिंह सच आ, गां एक पशु आ, जिस पशु ते भरोसा नहीं उहदे ते कसमां खाण वाले ते काहदा भरोसा करांगे। बाकी रही गल सिखां दी, कोई गल नहीं, इंज करो कुछ गड्डियां दा इंतजाम करो, सनेहा भेजो पहाड़ियां नूं भी सानूं गड्डे मुहैया कराओ, असी साजो समान लद के ले जाना। पहाड़ियां जल्दी तो जल्दी गड्डियां दा इंतजाम करके आनंदपुर साहब गड्डे भेजे। सतगुरु कहंदे आ, जिन्ना कूड़ा करकटिया आनंदपुर साहब दा, मरे हुए पशु घोड़े हाथी जिन्ना गांदिया सब गड्डियां ते लद दिओ और इहदे उत्ते कीमती दुशाले पा के ढक दिओ। सवेर जदों अमृत वेले दा चढ़ाव होया, बलदां दे सिंगां नाल मिशालां बन के महाराज बिगल वजा के एक काफला तोरिया भी चले आ। सतगुरु सिखां नूं कहंदे, किले दी फसील ते खड़ो के वेखे हो। फसील ते खड़ो के सिख तकदे आ। बलदां दे गलां विच पईयां जदों टल्लियां खड़कियां, काफला तुरिया, रौला पै गया, लालच पै गया, गुरु गोबिंद सिंह दा खजाना जा रहा। कोई बलदां दी वाग फड़ के अपने तंबू नूं, कोई दूजे तंबू नूं, लाला लाला हो गई। जदों लाए गड्डियां तो दशाले, टुटे छित्तर, मरे हुए पशुआं दे हड्ड, कूड़ा करकट गंदगी पहाड़ियां नूं मूँह दी खानी पई। महाराज कहंदे, आ कसम आ इन्हां दी। जिदण महाराज 52 बचन लिखे ना सिख ली, 52 बचना च एक भी बचन लिखिया भी कसम खाण वाले ते कदी भरोसा ना करियो।
दूसरी वार समाने का रहने वाला सैयद हसन अली पा के कुरान मजीद ते कुरान मजीद नाल एक औरंगजेब दे साइना वाली चिट्ठी लिखी हुई जिदे बोल सन महाराज तुसी दीने कांगड़ दे इलाके च चले जाओ, साड़ी भी रह जाए तुहाडी भी रह जाए, बस तरला या भी किला खाली कर दो। महाराज सतगुरु इस गल ते मैं कहां धर्म ग्रंथ की लाज रखदे हां, महाराज किला खाली करन दा फैसला किया। सतगुरु आवाज़ दिंदे आ भी कल दा दिन सोदर दी बाणी तो बाद अपनियां योग वस्तुआं लैके ते किले विच काफले विच शामिल हो, इत्थों अगली इतिहास की लड़ी कल दे दीवान च आपां आरंभ करांगे। हथ जोड़ के मैं सारी संगत कोलों इस गल की मुआफ़ी मंगदा हां। टाइम 9 बजे का सी, फरीदकोट दीवान होने करके थोड़ा लेट होए, रस्ते विच कोई रस्ते ते गड्डी पलटन करके टाइम थोड़ा ज़्यादा लग गया। इस करके मैं तुहाडे चरनां ते सीस रख के मुआफ़ी मंगदा। कल नूं आपां 9 बजे तो ये दीवान 10:30 बजे तक साझा करांगे। मालक मेहरबान होवे, गुरु दे चरनां दी असीस झोली पए। एक बेनती मैं नाल होर करां, जिन्ने भी असी संसारी तौर ते फंक्शन प्रोग्राम वेखदे हैं ना, असी बच्चियां अपणियां नूं जरूर नाल लिजाने हैं, पर एक कमी साडे च आ रही है, नौजवान बच्चों की बड़ी कमी है दीवानां च। मैं बेनती करांगा जिवें संसारी तौर पर चलो तुसी जांदे हो, इन्हां दीवानां च बच्चों नूं जरूर नाल लिआओ। असी इतिहास तो सारे जाणू हो सकीए, क्योंकि ये इतिहास जिहड़ा ना दुनिया च सब तो विलक्षण इतिहास है। अज असी जो मान रहे हैं, साडे महल साडियां खुशियां सिरां दियां दस्तारां, याद रखो चमकौर ते सरहंद दियां शहीदां करके है। एक तूक कह के समाप्ति है जी। कदी चलो वक्त मिले कला तुहाडे इलाके का इतिहास जे पढ़ना होवे ना, महाराज कल्ले मालवे दे ना 114 पड़ा किते गुरु गोबिंद सिंह साहब ने, जो महाराज चमकौर तो चलते हैं। तो जिदन महाराज इत्थों लंघ के गए ना, बाबा बंदा सिंह बहादुर नूं तोरिया नंदेड़ तो, बाबा जी बंदा सिंह ने सवाल किया भी महाराज भेजण लगे हो पंजाब, लोगों नूं की कहूँगा, लोग मेरे ते विश्वास करनगे भी मैनूं तुसीं भेजिया है, की कहां जाके। सतगुरु ने मालवे दे बड़े सिख सन घराणे, जिन्हां दे नाम पत्रिका लिखी। सतगुरु कहंदे अपने बारे कुछ नहीं कही, बस इन्नी आवाज़ दई, उठो खालसा जी, तुहानूं चमकौर दी गढ़ी चेते करती है, उठो। सरहंद दियां नीयां आवाज़ां मारदियां आ, होर गल कहण दी लोड़ नहीं पैनी, लखां मर जीवड़े तेरे नाल उठ के खलोणगे। सब तो वध कुर्बानियां मालवे ने दित्तियां। मालक मेहरबान होवे। मैं बेनती यही की भी अपने बच्चों को असीं जरूर दीवाना च ले आईए, गुरु के चरनां की खुशी साड़ी झोली पै जाए। विचारा करदे बेअंत भुल्लां दी खिमा। वाहिगुरू जी का खालसा, वाहिगुरू जी की फतेह। रामकली महला तीजा। आनंद एको ओंकार सतगुर प्रसाद, आनंद पाया मेरी माए सतगुरु मैं पाया। राग रतन परवार परियां शब्द गावने आईयां, तह नानक आनंद होआ सतगुरु मैं पाया। हर नाल रहो तुम मन मेरे दुख सब विसारना, सबना गल्लां समरथ स्वामी सो क्यों मनो विसारे। साचे साहिबा क्या नाही करते रह, सदा सिफत सलाह तेरी नाम मन वसावे। कह नानक सच्चे साहिब क्या नाही करते रह, साचा नाम मेरा आधारो।
ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਚਦੂ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹੇ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵੇ ਸੂਰੇ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਖਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਖਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ